एक टैलीफोन थोड़ी देर पहला करके गुरमुख प्यारा कह रहा सी कि मैं तुहानू कुछ कुछ दिनों तो यूट्यूब ते सुन रहा हाँ। पहला मैं मस्कीन जी नू सुनदा हुंदा सी ते तुहानू सुन के पता लगा कि ओह धर्म दा बाहरी पहलू सी, पहला सबजैक्ट सी, पहली क्लास सी। ते तुहानू सुन के बहुत सारे शंके निवृत्त हो रहे हैं। बहुत सारे सवाल जिहड़े मन दे विच पाए सन उन्हां दा उत्तर मिल रहा है, आंसर मिल रहा है ते समझ विच आ रहा है भी इहो ही धर्म है। नहीं, ये भी धर्म दा पहला कदम है। वास्तविक धर्म इस तो अगे है। ख्याल विच लो, जदों कोई भी मैनू पहले सुनदा है तो ओहदा संबंध बाहरों बनता है समझ दे तल ते मेरे नाल, विचार दे तल ते संबंध बनता है। कह ली ये बाहरी संबंध है ते जिहड़ा संबंध है ना बाहरी बुद्धि दे तल ते बनदा। गल्लां चंगियां लगदियां, उपदेश बड़ा प्यारा है, समझ विच आ रहा है। यह जिहड़ा बाहरी संबंध है समझदारी दा बुद्धि दे तल ते बन रहा है, यह टिकेगा नहीं। यह गल ख्याल विच रखियो। बनेगा पहला बाहरों ही, शुरुआत तो बाहरों ही होवेगी ना। तो कुछ गल्लां मेरियां समझ विच आउणगियां जो बाहरों तुहानू ध्यान विच रख के कहीआं गईयां हन, ਜਿਹੜੀਆਂ ਤੁਹਾਡੇ तल ਦੀਆਂ ਹਨ। दरअसल ਜਿਹੜੇ तल ते तुसी खड़े हो पहला उस तल की गल करनी पैंदी है, फिर कुछ उस तो अगे भी गल कीती जाती है ताकि तुसी अगे भी तुरो। ते ਜਿਹੜੀਆਂ गल्लां ਤੁਹਾਡੇ तल ਦੀਆਂ ਹਨ ਉਹ ਤੁਹਾਡੇ ਸਮਝ ਵਿੱਚ ਆ ਜਾਂਦੀਆਂ ਹਨ ਤੇ ਜਿਹੜੀਆਂ ਗੱਲਾਂ ਸਮਝ ਤੋਂ ਪਾਰ ਕਹੀਆਂ ਜਾਂਦੀਆਂ ਹਨ ਜਾ ਕੇ, ਜਾਂ ਕਹਿ ਲਈਏ ਸਮਝ ਤੋਂ ਪਾਰੋਂ ਆ ਜਾਂਦੀਆਂ ਹਨ, ਉਹਨੂੰ ਧਿਆਨ ਵਿੱਚ ਰੱਖ ਕੇ, ਜਿਵੇਂ ਮੈਂ ਕੱਲ੍ਹ ਕਿਹਾ ਹੈ ਨਿਕਲ ਜਾਂਦੀਆਂ ਹਨ ਗੱਲਾਂ, ਉਹਨੂੰ ਧਿਆਨ ਵਿੱਚ ਰੱਖ ਕੇ ਉਹ ਤੁਹਾਡੇ ਸਮਝ ਵਿੱਚ ਥੋੜ੍ਹੀ ਆਉਣਗੀਆਂ। ਉਹ ਉਦੋਂ ਸਮਝ ਵਿੱਚ ਆਉਣਗੀਆਂ ਜਦੋਂ ਇਹ ਬੁੱਧੀ ਤੁਸੀਂ ਛੱਡ ਦਿਓਗੇ ਬਾਹਰੀ। ਤੇ ਬਾਹਰੀ ਬੁੱਧੀ ਉਦੋਂ ਛੁੱਟੇਗੀ ਜਦੋਂ ਜੋ ਕਿਹਾ ਗਿਆ ਹੈ ਉਹਨੂੰ ਅਮਲ ਵਿੱਚ ਲਿਆਵੋਗੇ। ਤੇ ਜਿਹੜੇ ਅਮਲ ਵਿੱਚ ਲਿਆ ਰਹੇ ਹਨ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਕੁਛ ਕੁ ਗੱਲਾਂ ਸਮਝ ਵਿੱਚ ਆ ਹੀ ਨਹੀਂ ਸਕਦੀਆਂ ਹਨ, ਕਿਉਂਕਿ ਉਹ ਸਮਝ ਤੋਂ ਪਰੇ ਦੀਆਂ ਹਨ ਤੇ ਪਰੇ ਜਾ ਕੇ ਸਮਝ ਵਿੱਚ ਆਉਣਗੀਆਂ ਨਾ, ਜਾਂ ਕਹਿ ਲਈਏ ਪਤਾ ਲੱਗੇਗਾ। ਤੇ ਜਿਹੜੇ ਬਾਹਰੋਂ ਬੁੱਧੀ ਦੇ ਤਲ ਤੇ ਸਮਝ ਦੇ ਤਲ ਤੇ ਸੰਬੰਧ ਬਣਾਉਂਦੇ ਹਨ ਨਾ ਮੇਰੇ ਨਾਲ, ਤੇ ਉਹਨਾਂ ਦਾ ਮੇਰੇ ਨਾਲ ਸੰਬੰਧ ਨਹੀਂ ਬਣ ਰਿਹਾ ਹੈ, ਕਿਉਂਕਿ ਮੈਂ ਤਾਂ ਬੁੱਧੀ ਤੋਂ ਪਾਰ ਹਾਂ। ਉਹਨਾਂ ਦਾ ਬਾਹਰ ਸੰਬੰਧ ਬਣੇਗਾ ਤੇ ਬਾਹਰਲਾ ਸੰਬੰਧ ਟਿਕੇਗਾ ਨਹੀਂ। ਜਿਹੜੇ ਤਾਂ ਹੁਣ ਕੁਛ ਸਮੇਂ ਤੋਂ ਸੁਣ ਰਹੇ ਹਨ ਤੇ ਸੁਭਾਵਿਕ ਹੀ ਹੈ ਉਹਨਾਂ ਦਾ ਬਾਹਰੋਂ ਸਮਝ ਦੇ ਤਲ ਤੇ ਸੰਬੰਧ ਬਣ ਰਿਹਾ ਹੈ। ਪਰ ਜਿਹੜੇ ਬਹੁਤ ਸਮੇਂ ਤੋਂ ਸੁਣ ਰਹੇ ਹਨ ਮੈਨੂੰ, ਉਹਨਾਂ ਦਾ ਸੰਬੰਧ ਵੀ ਅਗਰ ਬਾਹਰ ਸਮਝ ਦੇ ਤਲ ਤੇ ਬਣ ਰਿਹਾ ਹੈ, ਇਹਦਾ ਭਾਵ ਹੈ ਜੋ ਮੈਂ ਕਿਹਾ ਹੈ ਉਹਨੂੰ ਜੀਵਨ 'ਚ ਨਹੀਂ ਢਾਲਿਆ ਹੈ। ਜਿਵੇਂ
ਜਗਮੋਹਨ ਸਿੰਘ ਕਹਿ ਰਿਹਾ ਹੈ ਵੀ ਤੁਸੀਂ ਮੇਰੇ ਵਿਦਿਆ ਗੁਰੂ ਹੋ। ਤੁਹਾਨੂੰ ਸੁਣ ਕੇ ਪਤਾ ਲੱਗਾ ਕਿ ਧਰਮ ਕੀ ਹੈ। ਨਹੀਂ ਕੀ ਖਾਕ ਪਤਾ ਲੱਗਾ ਤੁਹਾਨੂੰ? ਵਾਸਤਵਿਕ ਧਰਮ ਦਾ ਊੜਾ ਐੜਾ ਵੀ ਨਹੀਂ ਪਤਾ ਲੱਗਾ ਹਾਲੇ ਤੁਹਾਨੂੰ। ਜੋ ਗੱਲ ਮੈਂ ਸ਼ੁਰੂਆਤ ਤੋਂ ਕਹਿ ਰਿਹਾ ਹਾਂ, ਵਾਰ-ਵਾਰ ਕਹਿ ਰਿਹਾ ਹਾਂ ਵੀ ਬੌਧਿਕ ਤਲ 'ਤੇ ਸਮਝਿਆ ਗਿਆ ਧਰਮ ਨਹੀਂ ਹੈ ਅਤੇ ਸਮਝਣਾ ਨਹੀਂ ਹੈ ਬੁੱਧੀ ਦੇ ਤਲ 'ਤੇ। ਇਹਨੂੰ ਰਟਣਾ ਨਹੀਂ ਹੈ, ਇਹਦਾ ਗਿਆਨ ਨਹੀਂ ਬਣਾਉਣਾ ਹੈ, ਨਹੀਂ ਤਾਂ ਤੁਸੀਂ ਬੁੱਧੀ ਦੇ ਤਲ 'ਤੇ ਉਲਝ ਜਾਓਗੇ। ਇੰਨੀ ਵਾਰ ਕਹਿਣ ਦੇ ਬਾਵਜੂਦ ਵੀ ਦੇਖੋ ਤੁਸੀਂ ਮੇਰੇ ਕੋਲ ਆਣ ਕੇ ਇਹ ਇੱਥੋਂ ਵਿੱਦਿਆ ਲੈ ਕੇ ਚਲੇ ਗਏ। ਹੁਣ ਤੁਸੀਂ ਦੇਖੋ ਮੇਰੇ ਕੋਲ ਇੱਥੇ ਕਿਹੜੀ ਵਿੱਦਿਆ ਹੈ। ਮੈਨੂੰ ਤਾਂ ਹੈਰਾਨਗੀ ਇਹ ਗੱਲ ਪੜ੍ਹ ਕੇ ਹੋਈ। ਅਗਰ ਇਹ ਲਿਖ ਦਿੰਦੇ ਨਾ ਵੀ ਆ ਵਿੱਦਿਆ ਗੁਰੂ ਹੋ ਤਾਂ ਵੀ ਮੈਨੂੰ ਥੋੜ੍ਹੀ ਜਿਹੀ ਖੁਸ਼ੀ ਹੋਣੀ ਸੀ, ਅਤੇ ਕਮ ਸੇ ਕਮ ਮੇਰੇ ਕੋਲ ਕੁਛ ਕੁ ਵਿੱਦਿਆ ਛੱਡ ਕੇ ਗਏ ਹਨ, ਕੁਛ ਕੁ ਬੋਝ ਉਤਾਰ ਕੇ ਗਏ ਹਨ। ਮੈਂ ਤਾਂ ਸਮਝਦਾਰੀ ਛੱਡਣ ਨੂੰ ਕਹਿ ਰਿਹਾ ਹਾਂ। ਹੁਣ ਮੇਰੇ ਕੋਲ ਇੱਥੇ ਕਿਹੜੇ ਸਮਝਦਾਰੀ ਦੇ ਕੰਮ ਹਨ? ਤੁਸੀਂ ਦੇਖੋ ਇਹਨਾਂ ਨੂੰ ਇੱਥੇ ਪਹਾੜ ਦੇ ਉੱਪਰ ਗੁਫਾ ਬਣਾਉਣ ਵਾਸਤੇ ਲਾ ਦਿੱਤਾ। ਇਹ ਕਿਹੜਾ ਸਮਝਦਾਰੀ ਦਾ ਕੰਮ ਹੈ? ਫਿਰ ਉੱਥੇ ਜਾ ਕੇ ਇਹਨਾਂ ਨੂੰ ਕਹਿਣਾ ਇੱਦਾਂ ਬਣਾਓ, ਇੱਦਾਂ ਬਣਾਓ। ਅਤੇ ਸਮਝਦਾਰ ਨੂੰ ਲੱਗੇਗਾ ਹੀ ਵੀ ਜਦੋਂ ਇਹ ਰਹਿਣਾ ਨਹੀਂ ਹੈ ਇੱਥੇ ਤਾਂ ਇੰਨੀ ਮਿਹਨਤ ਕਿਉਂ ਕਰਵਾਈ ਜਾ ਰਹੀ ਹੈ। ਫਿਰ ਬੇਸਮਝੀ ਦੇ ਕੰਮ 'ਤੇ, ਬੇਸਮਝੀ ਦੇ ਕੰਮ 'ਤੇ ਸਮਝਦਾਰੀ ਛੱਡਣ ਵਾਸਤੇ ਲਾਇਆ ਜਾਂਦਾ ਹੈ। ਪੁਰਾਣਿਆਂ ਸਮਿਆਂ ਦੇ ਵਿੱਚ ਵੀ ਸਤਿਗੁਰੂ ਐਸਾ ਕਰਦੇ ਰਹੇ ਹਨ। ਜਿਵੇਂ ਗੁਰੂ ਅਮਰਦਾਸ ਜੀ ਨੇ ਥੜੇ ਬਣਵਾਏ ਸਨ ਦੋਨਾਂ ਜਵਾਈਆਂ ਕੋਲੋਂ ਕਿ ਪਤਾ ਲੱਗ ਸਕੇ ਵੀ ਕੌਣ ਸਮਝਦਾਰੀ ਛੱਡਦਾ ਹੈ ਗੁਰੂ ਵਾਸਤੇ। ਅਤੇ ਉਹ ਥੜਾ ਬਣਾਉਣ ਵਾਸਤੇ ਕਹਿੰਦੇ ਹਨ, ਜੋ ਬਣ ਕੇ ਤਿਆਰ ਹੁੰਦਾ ਹੈ ਅਤੇ ਆਣ ਕੇ ਦੇਖਦੇ ਹਨ, ਕਹਿ ਦਿੰਦੇ ਹਨ ਨਹੀਂ ਠੀਕ ਬਣਿਆ, ਢਾਹ ਦਿਓ। ਉਹ ਫਿਰ ਢਾਹ ਦਿੰਦੇ ਹਨ। ਉਹ ਫਿਰ ਦੁਬਾਰਾ ਬੜੀ ਕੋਸ਼ਿਸ਼ ਕਰਕੇ ਕਈ ਦਿਨ ਲਾ ਕੇ ਬਣਾਉਂਦੇ ਹਨ। ਫਿਰ ਜਦੋਂ ਆਣ ਕੇ ਦੇਖਦੇ ਕਹਿੰਦੇ ਨਹੀਂ ਠੀਕ ਬਣਿਆ, ਢਾਹ ਦਿਓ। ਉਹ ਥੜਾ ਵਧੀਆ ਥੋੜ੍ਹੀ ਬਣਵਾ ਰਹੇ ਸਨ, ਵਧੀਆ ਤਾਂ ਉਹ ਬਣਾ ਰਹੇ ਸਨ ਬੜੀ ਕੋਸ਼ਿਸ਼ ਕਰਕੇ, ਬੁੱਧੀ ਲਾ ਕੇ, ਸਮਝ ਲਾ ਕੇ ਵੀ ਵਧੀਆ ਤੋਂ ਵਧੀਆ ਥੜਾ ਬਣਾਈਏ, ਸੁੰਦਰ ਲੱਗੇ, ਸੋਹਣਾ ਲੱਗੇ, ਬੈਠਣ ਨੂੰ ਵੀ ਆਰਾਮਦਾਈ ਹੋਵੇ। ਤਾਂ ਬੜੀ ਕੋਸ਼ਿਸ਼ ਕਰ ਰਹੇ ਸਨ ਦੋਵੇਂ, ਪਰ ਜਿੰਨੀ ਕੋਸ਼ਿਸ਼ ਕਰਦੇ ਉਨੇ ਨਾਕਾਮ ਹੋ ਜਾਂਦੇ। ਪਰ ਰਾਮਦਾਸ ਜੀ ਨੂੰ ਫਿਰ ਆਸਤੇ ਆਸਤੇ ਸਮਝ ਵਿੱਚ ਗੱਲ ਆਉਣ ਲੱਗੀ ਵੀ ਗੁਰੂ ਕੈਸਾ ਥੜਾ ਬਣਾਉਣ ਵਾਸਤੇ ਕਹਿੰਦਾ ਹੈ। ਦੂਸਰਾ ਤਾਂ ਖਿੱਚ ਗਿਆ 2-3 ਵਾਰ ਢਾਹ ਕੇ ਵੀ ਮੈਂ ਇੰਨਾ ਸੁੰਦਰ ਇੰਨਾ ਵਧੀਆ ਥੜਾ ਬਣਾਇਆ ਹੈ, ਕੋਈ ਵੀ ਨਹੀਂ ਕਹਿ ਸਕਦਾ ਇਹਨੂੰ ਗਲਤ ਹੈ। ਪਰ ਸ਼ਾਇਦ ਗੁਰੂ ਬਿਰਧ ਹੋ ਗਿਆ ਹੈ, ਬੁੱਧੀ ਨਹੀਂ ਕੰਮ ਕਰਦੀ, ਉਹ ਛੱਡ ਕੇ ਚਲੇ ਗਿਆ। ਪਰ ਗੁਰੂ ਰਾਮਦਾਸ ਜੀ ਨੇ ਫਿਰ ਜਾਣਿਆ ਵੀ ਗੁਰੂ ਆਪਣੀ ਸਮਝਦਾਰਾ ਦੁਆਰਾ ਥੜਾ ਬਣਾਉਣ ਵਾਸਤੇ ਨਹੀਂ ਕਹਿ ਰਿਹਾ ਹੈ, ਉਹ ਭਾਵਨਾ ਦੁਆਰਾ ਬਣਾਉਣ ਵਾਸਤੇ ਕਹਿ ਰਿਹਾ ਹੈ। ਫਿਰ ਜਦੋਂ ਭਾਵਨਾ ਦੁਆਰਾ ਬਣਿਆ ਫਿਰ ਇੰਨਾ ਵਧੀਆ ਵੀ ਨਹੀਂ ਬਣਿਆ, ਪਰ ਗੁਰੂ ਨੂੰ ਪਸੰਦ ਆ ਗਿਆ ਕਿਉਂਕਿ ਬੁੱਧੀ ਛੁੱਟ ਗਈ ਨਾ। ਬੁੱਧੀ ਛੁੱਟ ਗਈ ਅਤੇ ਵਿਚਾਰ ਛੁੱਟ ਗਏ। ਹੁਣ ਜਿਹੜਾ ਆਪਣੀ ਸਮਝਦਾਰੀ ਨਾਲ ਸੇਵਾ ਕਰ ਰਿਹਾ ਹੈ ਵੀ ਆਹ ਗੱਲ ਤਾਂ ਠੀਕ, ਉਹਦੇ ਵਿਚਾਰ ਚੱਲਦੇ ਹੀ ਰਹਿਣਗੇ ਨਾ। ਅਤੇ ਜਿਹੜਾ ਆਪਣੀ ਸਮਝ ਨੂੰ ਛੱਡ ਕੇ ਭਾਵਨਾ ਨਾਲ ਸੇਵਾ ਕਰਦਾ ਹੈ ਉਹਦੀ ਵਿਚਾਰਧਾਰਾ ਛੁੱਟਦੀ। ਅਤੇ ਉਸ ਸਮੇਂ ਵੀ ਉਹ ਸੇਵਾ ਕਰਾ ਕੇ ਬੁੱਧੀ ਤੋਂ ਛੁਟਕਾਰਾ ਕਰਾਉਂਦੇ ਸਨ, ਸਮਝਦਾਰੀ ਤੋਂ ਛੁਟਕਾਰਾ ਕਰਾ ਦਿੰਦੇ ਸਨ। ਫਿਰ ਦੇਖੋ ਇਹ ਮੇਰੇ ਕੋਲ ਆਣ ਕੇ ਇੱਥੇ ਸਮਝਦਾਰੀ ਲੈ ਕੇ ਚਲੇ ਗਏ। ਕਮਾਲ ਹੋ ਗਈ। ਜੋ ਮੈਂ ਦੇ ਨਹੀਂ ਰਿਹਾ ਹਾਂ ਉਹ ਕਿਵੇਂ ਲੈ ਗਏ ਇੱਥੋਂ?
ਵਾਹ ਓ ਮੇਰਿਆ ਰੱਬਾ, ਇਹ ਕੈਸਾ ਚਮਤਕਾਰ ਹੋ ਰਿਹਾ ਹੈ। ਇਹ ਤੇ ਅਨਰਥ ਹੋ ਗਿਆ ਨਾ। ਹੁਣ ਮੇਰੇ ਕੋਲ ਇੱਥੇ ਕਿਹੜੀ ਵਿਦਿਆ ਹੈ, ਕਿਹੜੀ ਸਮਝਦਾਰੀ ਹੈ। ਤੁਸੀਂ ਆ ਕੇ ਮੇਰੇ ਕੋਲ ਦੇਖੋ, ਮੈਂ ਕਿਹੜਾ ਸਮਝਦਾਰੀ ਦਾ ਇੱਥੇ ਕੰਮ ਕਰ ਰਿਹਾ ਹਾਂ। ਬਲਕਿ ਸਮਝਦਾਰ ਆਣ ਕੇ ਇਹੋ ਹੀ ਸੋਚੇਗਾ ਵੀ ਇਹਨੂੰ ਜੀਣ ਦਾ ਵੀ ਨਹੀਂ ਪਤਾ ਹੈ, ਵੀ ਆਦਮੀ ਸਹੀ ਢੰਗ ਦੇ ਨਾਲ ਸੁਖਪੂਰਕ ਵਧੀਆ ਰਹਿਸ਼ ਦੇ ਵਿੱਚ ਜੀਂਦਾ ਹੈ, ਇਹਨੂੰ ਜੀਣਾ ਵੀ ਨਹੀਂ ਆਉਂਦਾ ਹੈ। ਬਲਕਿ ਬਹੁਤ ਸਾਰੇ ਕੰਮ ਮੈਨੂੰ ਮੇਰੇ ਕੋਲ ਰਹਿਣ ਵਾਲੇ ਦੱਸਦੇ ਹਨ ਵੀ ਇੱਦਾਂ ਕਰੋ, ਇੱਦਾਂ ਨਾ ਕਰੋ, ਆਹ ਖਾਓ, ਆਹ ਨਾ ਖਾਓ। ਮੈਨੂੰ ਹੀ ਨਹੀਂ ਪਤਾ ਲੱਗ ਰਿਹਾ ਹੈ ਕੁਝ ਕੀ ਖਾਣਾ ਕੀ ਨਹੀਂ। ਨਾ ਰਹਿਣ ਦੀ ਸਮਝ ਹੈ, ਨਾ ਖਾਣ ਦੀ ਸਮਝ ਹੈ। ਨਾ ਕੋਈ ਮੈਂ ਸਮਝਦਾਰੀ ਦਾ ਕੰਮ ਕਰ ਰਿਹਾ ਹਾਂ ਜਿਵੇਂ ਧਾਰਮਿਕ ਲੋਕ ਕਰਦੇ ਹਨ, ਵੀ ਕੋਈ ਗੁਰਮਤਿ ਸਮਾਗਮ ਕਰਦੇ, ਕੋਈ ਸੰਤ ਸੰਮੇਲਨ ਕਰਦੇ, ਧਾਰਮਿਕ ਸਥਾਨ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਕੋਈ ਹੌਸਪੀਟਲ ਬਣਾਉਂਦੇ, ਕੁਛ ਨਾ ਕੁਛ ਸਮਝਦਾਰੀ ਦਾ ਬਾਹਰ ਸੰਸਾਰ 'ਚ ਕੰਮ ਕਰਦੇ ਹਨ। ਉਹਨਾਂ ਦਾ ਪਤਾ ਵੀ ਲੱਗਦਾ। ਮੈਂ ਤਾਂ ਇੱਥੇ ਕੁਝ ਵੀ ਨਹੀਂ ਕਰ ਰਿਹਾ ਹਾਂ। ਮੈਂ ਤਾਂ ਸਮਝਦਾਰ ਨੂੰ ਲੱਗੇਗਾ ਵੀ ਇਹਦੇ 'ਚ ਕੋਈ ਸੀ ਵੀ ਸਮਝਦਾਰੀ ਹੈ ਨਹੀਂ, ਵੀ ਖਾ ਲਓ, ਪੀ ਲਓ, ਸੈਰ ਕਰ ਲਓ, ਆਰਾਮ ਕਰ ਲਓ। ਇਹ ਕਿਹੜਾ ਸਮਝਦਾਰੀ ਦਾ ਕੰਮ ਹੈ। ਸੰਸਾਰੀ ਲੋਕਾਂ ਦੇ ਸਮਝ ਵਿੱਚ ਨਹੀਂ ਆਵੇਗਾ, ਬਲਕਿ ਧਾਰਮਿਕ ਲੋਕਾਂ ਦੇ ਵੀ ਸਮਝ ਵਿੱਚ ਨਹੀਂ ਆਵੇਗਾ। ਇਸੇ ਕਾਰਨ ਹੀ ਪੁਰਾਣੇ ਸਮਿਆਂ 'ਚ ਤੁਸੀਂ ਸੁਣਿਆ ਹੈ ਵੀ ਬਹੁਤ ਉੱਚ ਕੋਟੀ ਦੇ ਵਿਦਵਾਨ ਪੜ੍ਹੇ ਲਿਖੇ, ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਸਨ, ਉਪਨਿਸ਼ਦ ਪੜ੍ਹੇ ਸਨ, ਪੰਡਤ ਸਨ, ਉਹ ਜਦੋਂ ਸਤਿਪੁਰਖਾਂ ਕੋਲ ਆਏ ਉਹ ਪ੍ਰਭਾਵਿਤ ਨਹੀਂ ਹੋਏ ਉਹਨਾਂ ਕੋਲ ਆਣ ਕੇ, ਸਗੋਂ ਬਹੁਤੇ ਲੜ ਕੇ ਗਏ। ਕਾਰਨ ਕੀ ਹੋਵੇਗਾ? ਕਾਰਨ ਇਹੋ ਹੀ ਹੈ ਕਿ ਬਾਹਰੋਂ ਦੇਖਣ ਵਾਲੇ ਨੂੰ ਸਤਿਪੁਰਖ ਦਾ ਪਤਾ ਹੀ ਨਹੀਂ ਲੱਗਦਾ ਹੈ। ਕਹਿੰਦਾ ਹੈ ਇਹਦੇ 'ਚ ਖੂਬੀ ਕੀ? ਨਾ ਕੋਈ ਧਰਮ ਕਰਮ ਕਰ ਰਿਹਾ ਹੈ, ਨਾ ਕੋਈ ਪਾਠ ਪੂਜਾ ਕਰਦਾ, ਨਾ ਕੋਈ ਜਪ ਤਪ ਕਰਦਾ, ਨਾ ਸੰਜਮ, ਨਾ ਵਰਤ, ਨਾ ਪੂਜਾ, ਕੁਛ ਵੀ ਨਹੀਂ ਤਾਂ ਹੈ ਇਹਦੇ 'ਚ, ਕੋਈ ਖੂਬੀ ਨਹੀਂ ਹੈ। ਮੈਂ ਕਿਵੇਂ ਮੰਨ ਲਵਾਂ ਇਹ ਸੰਤ ਹੈ? ਕਿਉਂਕਿ ਬਾਹਰੋਂ ਕੋਈ ਸੰਤਾਂ ਵਾਲਾ ਕੰਮ ਕਰ ਰਿਹਾ ਹੋਵੇ, ਮਾਲਾ ਫੇਰ ਰਿਹਾ ਹੋਵੇ ਤਾਂ ਪਤਾ ਲੱਗੇ, ਜਾਂ ਡੇਰੇ 'ਤੇ ਬੈਠ ਕੇ ਦੂਜਿਆਂ ਨੂੰ ਨਾਮ ਜਪਾ ਰਿਹਾ ਹੋਵੇ, ਧਿਆਨ ਕਰਵਾ ਰਿਹਾ ਹੋਵੇ, ਤਾਂ ਵੀ ਪਤਾ ਲੱਗੇ। ਅਤੇ ਬਾਹਰੋਂ ਦੇਖ ਕੇ ਕੁਝ ਵੀ ਪਤਾ ਨਹੀਂ ਲੱਗਦਾ ਹੈ। ਅਤੇ ਜ਼ਿਆਦਾਤਰ ਜਿਹੜੇ ਬੁੱਧੀਜੀਵੀ ਹਨ ਨਾ, ਬੁੱਧੀ ਦੇ ਤਲ 'ਤੇ, ਸਮਝ ਦੇ ਤਲ 'ਤੇ ਜੀਣ ਵਾਲੇ, ਮੈਂ ਅਕਸਰ ਕਹਿੰਦਾ ਹਾਂ ਉਹ ਸਤਿਪੁਰਖਾਂ ਕੋਲ ਲਾਹਾ ਨਹੀਂ ਲੈ ਸਕਦੇ ਹਨ, ਕਿਉਂਕਿ ਉਹ ਬਾਹਰੋਂ ਦੇਖ ਕੇ ਵਿਚਾਰ ਕਰਦੇ ਹਨ, ਸੋਚਦੇ ਹਨ, ਸਮਝਦੇ ਹਨ ਉਹਨਾਂ ਨੂੰ। ਹੁਣ ਜਿਹੜੇ ਬੁੱਧੀ ਤੋਂ ਪਾਰ ਜੀ ਰਹੇ ਹਨ, ਬੁੱਧੀ ਨੂੰ ਛੱਡ ਕੇ ਅਬੁੱਧੀ ਦੇ ਵਿੱਚ ਜੀ ਰਹੇ ਹਨ, ਉਹਨਾਂ ਨੂੰ ਤੁਸੀਂ ਬਾਹਰੋਂ ਸਮਝੋਗੇ ਤਾਂ ਸਮਝ ਵਿੱਚ ਥੋੜ੍ਹੀ ਆਉਣਗੇ, ਉਹ ਬੇਸਮਝ ਹੀ ਸਮਝੇ ਜਾਣਗੇ। ਇਸ ਕਾਰਨ ਬੇਸਮਝ ਹੀ ਸਮਝੇ ਗਏ ਹਨ ਸਤਿਪੁਰ। ਬੌਰਾਨੇ, ਦੀਵਾਨੇ, ਮਸਤਾਨੇ ਉਹਨਾਂ ਨੂੰ ਤਾਂ ਕਿਹਾ ਹੈ। ਅਤੇ ਮੈਂ ਤੁਹਾਨੂੰ ਦੱਸਦਾ ਹਾਂ, ਬੁੱਧੀ ਦੇ ਤਲ 'ਤੇ, ਸਮਝਦਾਰੀ ਦੇ ਤਲ 'ਤੇ ਜੀਣ ਵਾਲਿਆਂ ਨਾਲੋਂ ਕਰੋੜਾਂ ਗੁਣਾ, ਜਿਨ੍ਹਾਂ ਨੂੰ ਤੁਸੀਂ ਦੀਵਾਨੇ ਮਸਤਾਨੇ ਕਹਿੰਦੇ ਹੋ ਨਾ, ਉਹ ਜੀਵਨ ਦਾ ਰਸ ਲੈ ਜਾਂਦੇ ਹਨ। ਵਾਸਤਵਿਕ ਦੇ ਵਿੱਚ ਉਹੋ ਹੀ ਜੀਂਦੇ ਹਨ। ਅਤੇ ਇਹੋ ਹੀ ਮੈਂ ਕਹਿ ਰਿਹਾ ਹਾਂ ਵੀ ਅਗਰ ਉਹ ਪਰਮ ਰਸ ਲੈਣਾ ਹੈ ਨਾ, ਅਤੇ ਬੁੱਧੀ ਨੂੰ ਛੱਡ ਕੇ ਆਓ, ਕਿਉਂਕਿ ਬੁੱਧੀ ਸੰਸਾਰ ਦੇ ਰਸ ਵਾਸਤੇ ਬਣੀ ਹੈ। ਇਸ ਕਰਕੇ ਸੰਸਾਰ ਦਾ ਰਸ ਛੱਡਣਾ ਹੈ ਅਤੇ ਉਹਦੇ ਨਾਲ ਬੁੱਧੀ ਵੀ ਛੱਡਣੀ ਹੈ। ਮੇਰੇ ਨਾਲ ਬੇਸਮਝ ਹੋਣ ਨੂੰ ਤਿਆਰ ਹੋਵੋ। ਪਹਿਲਾਂ ਮੇਰੇ ਕੋਲ ਸਮਝਦਾਰੀ ਲੈ ਕੇ ਨਾ ਆਓ। ਸਮਝਦਾਰੀ ਦੇ ਕਾਰਨ ਹੀ ਤੁਸੀਂ ਭਟਕ ਰਹੇ ਹੋ।
ਦੇਖੋ, ਜਗਮੋਹਨ ਸਿੰਘ ਸਮਝਦਾਰੀ ਦੇ ਕਾਰਨ ਕਈਆਂ ਸਾਲਾਂ ਤੋਂ ਭਟਕ ਰਿਹਾ ਹੈ, ਕਿਉਂਕਿ ਉਹ ਬਾਹਰੋਂ ਸਮਝ ਕੇ ਗੁਰੂ ਧਾਰਨ ਕਰ ਰਿਹਾ ਹੈ। ਹੁਣ ਬਾਹਰੋਂ ਦੇਖ ਕੇ ਵਿਚਾਰ ਕੇ ਤੁਸੀਂ ਜਿਹਨੂੰ ਸਮਝੋਗੇ ਨਾ, ਉਹ ਵਾਸਤਵਿਕ ਨਹੀਂ ਹੈ। ਜਿਹੜਾ ਵਾਸਤਵਿਕ ਹੈ ਸਤਿਪੁਰਖ, ਉਹ ਤੁਹਾਡੀ ਸਮਝ ਵਿੱਚ ਹੀ ਨਹੀਂ ਆਵੇਗਾ ਤੇ ਉਹਦੇ ਨਾਲ ਸੰਬੰਧ ਨਹੀਂ ਬਣੇਗਾ ਤੇ ਬੁੱਧੀ ਤੋਂ ਛੁਟਕਾਰਾ ਨਹੀਂ ਹੋਏਗਾ ਤੇ ਬੁੱਧੀ ਭਟਕਾਉਂਦੀ ਹੀ ਰਹੇਗੀ ਤੁਹਾਨੂੰ। ਇਹ ਮੈਂ ਸਿਰਫ ਜਗਮੋਹਨ ਸਿੰਘ ਨੂੰ ਨਹੀਂ ਕਹਿ ਰਿਹਾ ਹਾਂ, ਸਿਰਫ ਉਹਦੇ ਬਹਾਨੇ ਕਹਿ ਰਿਹਾ ਹਾਂ। ਮੈਂ ਵੀ ਇੱਕ ਬਹਾਨਾ ਹੀ ਹਾਂ ਪਰਮਾਤਮਾ ਦਾ, ਕਿਹਾ ਸਾਰਿਆਂ ਨੂੰ ਜਾ ਰਿਹਾ ਹੈ। ਤੇ ਮੈਂ ਵਾਰ-ਵਾਰ ਕਹਿਣਾ, ਬੁੱਧੀ ਛੱਡੋ, ਬੁੱਧੀਮਾਨ ਨਾ ਬਣੋ, ਸਮਝਦਾਰ ਬਾਹਰੋਂ ਗਿਆਨਵਾਨ ਨਾ ਬਣ ਜਿਓ। ਬਾਹਰੋਂ ਗਿਆਨਵਾਨ ਬਹੁਤ ਜ਼ਿਆਦਾ ਭਟਕਦੇ ਹਨ। ਹੁਣ ਮੈਂ ਤੁਹਾਨੂੰ ਬਹੁਤ ਵਾਰਾਂ ਕਿਹਾ ਹੈ ਕਿ ਮਾਤਾ ਦੇ ਗਰਭ ਵਿੱਚ ਬੱਚੇ ਦੀ ਕਹਿੰਦੇ ਲਿਵ ਲੱਗੀ ਸੀ, ਉਦੋਂ ਕਿਹੜਾ ਗਿਆਨ ਸੀ ਉਹਨੂੰ, ਕਿੰਨੀ ਕੁ ਸਮਝ ਸੀ ਧਰਮ ਦੀ, ਕਿੰਨੀ ਕੁ ਸੋਝੀ ਸੀ, ਕੁਛ ਵੀ ਨਹੀਂ ਸੀ ਨਾ ਉਹਦੇ ਕੋਲ। ਸਗੋਂ ਜਦੋਂ ਬਾਹਰ ਸੰਸਾਰ ਵਿੱਚ ਆਇਆ, ਸਮਝ ਆਈ, ਗਿਆਨ ਆਇਆ, ਤਾਂ ਉਦੋਂ ਉਹਦੀ ਲਿਵ ਟੁੱਟ ਗਈ। ਸਮਝ ਲਿਵ ਤੋੜਦੀ ਹੈ ਤੇ ਮੈਂ ਸਮਝ ਨਹੀਂ ਦਿੰਦਾ ਹਾਂ, ਮੈਂ ਸਮਝ ਮਿਟਾਉਣਾ ਹਾਂ। ਮੈਂ ਕਹਿੰਦਾ ਫਿਰ ਉਸੇ ਬੱਚੇ ਵਰਗੇ ਹੋ ਜਾਓ, ਮਿਟ ਜਾਓ, ਸਮਝਦਾਰੀ ਛੱਡੋ, ਮੇਰੇ ਵਾਂਗੂ ਬੇਸਮਝ ਹੋਣ ਨੂੰ ਤਿਆਰ ਹੋ ਜਾਓ ਅਗਰ ਮੇਰੇ ਕੋਲ ਆਉਣਾ ਹੈ ਤਾਂ। ਪਰ ਤੁਸੀਂ ਮੇਰੇ ਕੋਲ ਵੀ ਸਮਝ ਲੈ ਕੇ ਚਲੇ ਗਏ। ਮੈਨੂੰ ਇਸ ਗੱਲ ਦੀ ਹੈਰਾਨਗੀ ਹੋ ਰਹੀ ਹੈ। ਅੱਗੇ ਤੋਂ ਐਸੀ ਭੁੱਲ ਕੋਈ ਨਾ ਕਰੇ। ਜਿੰਨੇ ਆਉਣਾ ਹੈ ਨਾ, ਉਹ ਸਮਝਦਾਰੀ ਛੱਡ ਕੇ ਆਵੇ। ਅਸਲੀ ਰਸਤੇ ਬੇਸਮਝੀ ਦੇ ਵਿੱਚ, ਅਗਰ ਤੁਸੀਂ ਬੇਸਮਝੀ ਦਾ ਥੋੜ੍ਹਾ ਜਿਹਾ ਰਸ ਲੈ ਜਾਂਦੇ ਨਾ, ਤਾਂ ਮੈਨੂੰ ਬੜੀ ਖੁਸ਼ੀ ਹੋਣੀ ਸੀ। ਕੁਛ ਤੇ ਲੈ ਕੇ ਗਏ।